एक एक सतगुरु की पंक्ति अभ्यास है, कमाना है, प्रैक्टिस है, एक तरीके ना प्रैक्टिस करके सतगुरु का यह रूप बनना है। और सतगुरु इतने की कहते हैं, फरीदा बुरे का भला कर, किहदा भला कर, बुरे का करके जिन्ना पहले ही भला करता, चंगे का भला कर। तुसी बुरे का भला करते हो, जिहड़ा तुहानू बुरा दिखाई देवे दा भला करते हो, की करते हो, चंगे का भला करते हो ना, बुरे का नहीं करते। ये क्यों? सतगुरु ये भी नहीं कहते माड़े का भला कर, गरीब का भला कर, सतगुरु कहते बुरे का भला कर। हुण सवाल आउंदा है कि जो बुरा दिखाई दिंदा है ते सानू ते उत्ते गुस्सा आ जांदा, क्रोध आ जांदा, भला किवें करांगे? ते सतगुरु कहते पहला अभ्यास है गुस्सा मानना। की कहते हैं गुस्सा मानना? इसका मतलब किन्नू पता है? किन्नू पता है? इसका मीनिंग की है? हाँ जी बोलते हैं गुस्सा मन पे को करना करे। हाँ जी, और किन्नू पता है? हाँ तुम तो सुनिए। हाँ जी बोलते हैं चल। गुस्सा एक हुंदा है करना, एक हुंदा है हंडाउना। गुस्सा आ जाना गुरु महाराज जी नहीं कहते गुस्सा आवे ना मन, सतगुरु कहते गुस्सा हंडाउना नहीं। असी कभी नहीं गुरु महाराज को पूछते सतगुरु पिता हंडाउना की हुंदा? असी हमें मालूम लगता है पढ़ लिया, असी टीकाकार भी पढ़ लेते हो कि गुस्सा नहीं करना चाहिए। हम लगता है समझ आ गई, गुरु तो भी पूछते नहीं, साडे ते गुरु टीकाकार है ਜਾਂ ਕਥਾ ਬਾਜ ਕੇ ਟੀਕਾਕਾਰ ਨੂੰ ਪੁੱਛ ਲਿਆ ਬਸ ਗੱਲ ਖਤਮ। ਫਿਰ ਉੱਥੇ ਲੜੀ ਜਾਂਦੇ, ਕੋਈ ਕੁਝ ਨਹੀਂ ਜਾਂਦਾ, ਗੁਰੂ ਸਤਿਗੁਰੂ ਤੋਂ ਪੁੱਛਦੇ ਕਿ ਨਹੀਂ ਪੁੱਛਦੇ। ਅੱਛਾ ਇੱਕ ਤਰੀਕਾ ਹੋਏ ਪਹਿਲਾਂ ਵੀ ਦੱਸ ਦਈਏ, ਸਮਾਂ ਕਿੰਨਾ ਹੋ ਗਿਆ? ਅੱਛਾ ਸਮਾਂ ਲਾਂਗੇ 5 ਮਿੰਟ ਹੈ ਨਾ, 5 ਮਿੰਟ ਹੋਰ ਲਾਉਣੇ? नहीं लाने? अच्छा लाने हैं? अच्छा जिन्होंने लाने हैं वो जगाना छड्डो। ऐसे कहते रहते बच्चे थक जाते, थक जाते, देखा थक रहे कितने अजय भी कितने कर जाएगी। एक हुंदा है ਅਸੀਂ ਟੀਕਾਕਾਰਾਂ ਨੂੰ ਪੜ੍ਹ ਲੈਂਦੇ ਪਰ ਗੁਰੂ ਪਿਤਾ ਨੂੰ ਨਹੀਂ ਸਮਝਦੇ। ਬਾਣੀ ਪੜ੍ਹਨ ਦਾ, ਬਾਣੀ ਕੌਣ ਕੌਣ ਪੜ੍ਹਦਾ ਹੈ? ਚਲੋ ਇੱਕ ਕੰਮ ਕਰਿਆ ਕਰੋ, ਵੱਡੇ ਵੀ ਛੋਟੇ ਵੀ, ਰੋਜ਼ ਸਹਿਜ ਜਾਪ ਕਰਨਾ ਹੈ। ਭਾਵੇਂ ਇੱਕ ਪੰਕਤੀਆਂ ਕਰੋ, ਦੋ ਪੰਕਤੀਆਂ ਕਰੋ, ਇੱਕ ਸ਼ਬਦ ਕਰੋ, ਪਰ ਨਾਲ ਉਹਦੇ ਅਰਥ ਪੜ੍ਹਨੇ, ਟੀਕਾਕਾਰ ਤੋਂ ਪੜ੍ਹ ਲੈਣੇ। ਫਿਰ ਆਪਣੇ ਗੁਰੂ ਮਹਾਰਾਜ ਅੱਗੇ ਅਰਦਾਸ ਕਰਦੇ ਰਹਿਣਾ ਕਿ ਗੁਰੂ ਮਹਾਰਾਜ ਮੈਨੂੰ ਜਿਹੜਾ ਤੁਸੀਂ ਧੁਰ ਕੀ ਬਾਣੀ ਦਾ ਰੰਗ ਲੈ ਕੇ ਆਏ ਹੋ ਨਾ, ਡੂੰਘਾ ਅਰਥ ਉਹ ਸਮਝਾਏ। ਇਹ ਕੌਣ ਕੌਣ ਅਰਦਾਸ ਕਰਦਾ ਹੈ? ਅਸੀਂ ਜਦੋਂ ਗੁਰੂ ਮਹਾਰਾਜ ਕੋਲ ਜਾਂਦੇ ਹੁੰਦੇ ਸੀ, ਗੁਰੂ ਮਹਾਰਾਜ ਨੇ ਇੱਕ ਤਰੀਕਾ ਦੱਸਿਆ ਸੀ। ਗੁਰੂ ਮਹਾਰਾਜ ਨੇ ਪੁੱਛਣਾ, ਗੁਰੂ ਮਹਾਰਾਜ ਜੀਵਨ ਦਾ ਰੰਗ ਤੇ ਚੜ੍ਹਦਾ ਨਹੀਂ, ਤੇ ਸਤਿਗੁਰੂ ਕਹਿਣ ਲੱਗੇ ਕਿ ਇਹਦਾ ਨਹੀਂ ਚੜ੍ਹਦਾ ਭਾਈ, ਵੀ ਤੂੰ ਸਿੱਖ ਬਣ ਕੇ ਤੇ ਗੁਰੂ ਘਰ ਆਉਂਦਾ ਨਹੀਂ, ਗੁਰੂ ਕੋਲ ਤੂੰ ਮੰਗਤਾ ਬਣ ਕੇ ਆਉਣਾ ਹੈ। ਗੁਰੂ ਨਾਲ ਅਲੱਗ-ਅਲੱਗ ਰਿਸ਼ਤੇ ਨੇ। ਤੈਨੂੰ ਕੋਈ ਚੀਜ਼ ਚਾਹੀਦੀ ਹੈ, ਇੱਥੇ ਆ ਕੇ ਬੈਠਾ ਹੈ, ਸਤਿਗੁਰੂ ਨੂੰ ਕਿਹਾ ਸਤਿਗੁਰੂ ਪਿਤਾ ਮੈਨੂੰ ਨੌਕਰੀ ਦੇ ਦੇ। ਇਹ ਮੰਗਤੇ ਦਾ ਤੇ ਦਾਤੇ ਦਾ ਰਿਸ਼ਤਾ ਹੈ। ਤੂੰ ਮੰਗਣ ਵਾਲਾ ਹੈ, ਅੱਜ ਉਹਨੇ ਦੇ ਦਿੱਤਾ, ਤੂੰ ਚਲਿਆ ਗਿਆ। ਅੱਜ ਤੈਨੂੰ ਕੋਈ ਘਰ ਮਿਲਿਆ ਹੈ, ਗੱਡੀ ਮਿਲੀ ਹੈ, ਤੂੰ ਇੱਥੇ ਆਇਆ ਹੈ, ਤੂੰ ਗੁਰੂ ਮਹਾਰਾਜ ਦਾ ਧੰਨਵਾਦ ਕੀਤਾ, ਉੱਥੇ ਵੀ ਸਿੱਖ ਦਾ ਰਿਸ਼ਤਾ ਕੋਈ ਨਹੀਂ ਹੈ, ਤੂੰ ਸ਼ੁਕਰਾਨੇ 'ਚ ਆਇਆ ਹੈ, ਧੰਨਵਾਦ ਕਰਨਾ ਹੈ। ਤੂੰ ਬਿਮਾਰੀ ਠੀਕ ਕਰਾਉਣਾ ਹੈ, ਉਹ ਵੀ ਮੰਗਤੇ ਦਾ ਤੇ ਉਹ ਸਿੱਖ ਦਾ ਤੇ ਗੁਰੂ ਦਾ ਰਿਸ਼ਤਾ ਹੈ। ਜਿਸ ਦਿਨ ਅਸੀਂ ਆਈਏ, ਆ ਕੇ ਕਹੀਏ, ਝੋਲੀ ਅੱਡ ਕੇ ਬੈਠੀਏ ਇੱਥੇ, ਆ ਕੇ ਸਤਿਗੁਰੂ ਨੂੰ ਕਹੀਏ ਗੁਰੂ ਮਹਾਰਾਜ ਅੱਜ ਕੋਈ ਗੱਡੀ ਨਹੀਂ ਚਾਹੀਦੀ, ਨੌਕਰੀ ਨਹੀਂ ਚਾਹੀਦੀ, ਕੋਈ ਬਿਮਾਰੀ ਠੀਕ ਨਹੀਂ ਕਰਾਉਣੀ, ਅੱਜ ਮੈਂ ਤੇਰਾ ਸਿੱਖ ਬਣ ਕੇ ਆਇਆ, ਸਿਰਫ ਤੇਰਾ ਸਿੱਖ ਬਣ ਕੇ ਆਇਆ। ਅੱਜ ਮੈਨੂੰ ਸਿਖਾ, ਜਿਹੜਾ ਨੂਰ ਤੁਸੀਂ ਧੁਰ ਦਰਗਾਹ ਤੋਂ ਲੈ ਕੇ ਪ੍ਰਗਟ ਹੋਏ ਹੋ, ਅੱਜ ਉਹ ਮੇਰੀ ਝੋਲੀ ਪਾ। ਤੁਹਾਡੇ ਚੋਂ ਇਦਾਂ ਅੱਜ ਤੱਕ
घर आया है ते आके झोली अड्डी है सिख बनया है पहली बार वो हाथ खड़ा करो अपना बड़ियां जो भी छोटे भी सोच के देखो सिर्फ 3000 जाने हैं आया ना कोई भी गुरु महाराज को बहना है आज मांगते बन के नहीं आए आज कुछ चीज मंगण नहीं आए आज सिर्फ गुरु पिता तेरे को आए हैं तेरे सिख बन के आज झोली अड्ड के मंगो सतगुरु सिੱਖੀ मेरी झोली का मैनू दसो जिहड़ा धुर दरगाही नूर है वो रंग की है फिर दूजी बात ਜਦੋਂ ਤੁਸੀਂ ਕੋਈ ਬਾਣੀ ਸਤਿਗੁਰੂ ਦਾ ਹੁਕਮ ਪੜ੍ਹਦੇ ਹੋ ਉਹਦਾ ਕੋਈ ਰੂਪ ਉਹਦਾ ਕੋਈ ਨੂਰ ਪੜ੍ਹਦੇ ਹੋ ਤੇ ਪੜ੍ਹ ਕੇ ਉਹਦੇ ਅਰਥ ਪੜ੍ਹ ਲਓ ਜਿਹਨੂੰ ਪੁੱਛਣਾ ਸਕਦੇ ਪੁੱਛ ਲਓ ਜੇ ਜੀ ਕਰਦਾ ਤੇ ਨਹੀਂ ਤੇ ਗੁਰੂ ਤੋਂ ਫਿਰ ਪੁੱਛਣਾ ਸ਼ੁਰੂ ਕਰੋ ਕਿ ਗੁਰੂ ਪਿਤਾ ਤੂੰ ਹੀ ਦੱਸਿਓ ਇਹਦੇ ਮਤਲਬ ਕੀ ਨੇ ਕਿਉਂਕਿ ਮੈਂ ਆਪਣਾ ਹੋਮਵਰਕ ਕਰ ਆਇਆ ਮੈਨੂੰ ਜਿੰਨੀ ਸਮਰੱਥਾ ਸੀ ਮੈਂ ਟੀਕਾ ਪੜ੍ਹ ਆਇਆ ਉਹਦੀ ਟ੍ਰਾਂਸਲੇਸ਼ਨ ਪੜ੍ਹ ਆਇਆ ਹੁਣ ਤੁਸੀਂ ਦੱਸੋ ਕਿ ਮਹਾਰੰਗ ਕੀ ਹੈ ਫਿਰ ਸਤਿਗੁਰੂ ਸਮਝਾਉਣਗੇ ਰੋਜ਼ ਸਹਿਜ ਜਾਪ ਕਰਿਆ ਕਰੋ कभी नागा नहीं पाना भावे एक पंक्ति करो एक पंक्ति के अर्थ पढ़ो फिर सारा दिन उस रंग नूं कमाउंदे हुए उस रंग नूं समझदे हुए गुरु अगे झोली अड्ड के गुरु अगे बेनतियां करदे सारा दिन अपनी किरत करदे रंग च रहना ठीक है सतगुरु कहते ने गुस्सा मन ना हटाए कि ਇਹਦੇ ਚ ਬੜੀ ਤਗੜੀ ਇਕਾਬ ਜੀ ਦੀ ਸਾਈਕੋਲੋਜੀ ਦਾ ਰੰਗ ਛੁਪਿਆ ਹੈ ਸਤਿਗੁਰੂ ਭਲੀ ਭਾਂਤ ਜਾਣਦੇ ਨੇ ਇਹ ਤੋਂ ਵੱਡਾ ਮਨੋਵਿਗਿਆਨੀ ਕੌਣ ਹੈ ਜਿਹਨੇ ਮਨ ਬਣਾਇਆ ਉਹਦੇ ਤੋਂ ਵੱਡਾ ਮਨੋਵਿਗਿਆਨੀ ਤੇ ਕੋਈ ਨਹੀਂ ਹੋ ਸਕਦਾ ਹੁਣ ਜਦੋਂ ਗੁੱਸਾ ਕਿਹਨੂੰ ਆਉਂਦਾ ਹੈ ਉੱਚਾ ਹੱਥ ਖੜਾ ਕਰੇ ਗੁੱਸਾ ਕਿਹਨੂੰ ਆਉਂਦਾ ਹੈ ਜਿੰਨੇ ਜ਼ੋਰ ਦੇ ਨਾਲ ਗੁੱਸੇ ਬੋਲਦੇ ਹੋ ਨਾ ਉਹਨਾਂ ਉੱਚਾ ਹੱਥ ਖੜਾ ਕਰੇ चल नाले का खटिया बढ़िया बैठा होंगे हमला नहीं है कहते बेटे को तो तुम जाओ काटी कोई लोड नहीं कोई तो ब्रह्म के आदमी है महाराज चलो वापस आइए ਹੁਣ ਅਸੀਂ ਗੁਰੂ ਤੋਂ ਕਦੀ ਨਹੀਂ ਪੁੱਛਿਆ ਸਤਿਗੁਰੂ ਮੇਰੇ ਅੰਦਰ ਗੁੱਸਾ ਹੈ ਜਦੋਂ ਗੁੱਸਾ ਆਉਂਦਾ ਹੈ ਮੈਂ ਤੈਨੂੰ ਭੁੱਲ ਜਾਂਦਾ ਮੈਨੂੰ ਤੁਸੀਂ ਯਾਦ ਨਹੀਂ ਆਉਂਦੇ ਮੈਂ ਗੁੱਸਾ ਕਰਕੇ ਲੜ ਪੈਂਦਾ ਰਿਸ਼ਤੇ ਵੀ ਖਰਾਬ ਕਰਦਾ तेरा नाम भी याद नहीं आता बाणी पढ़ने नहीं जिद करता मैं बस गुस्से की सोची जाना तेरी तो याद भी नहीं आती तुसी कहते हो सदा ते होना चाहिए है गुस्सा आ जाए मैं कई दिन नहीं ते होता ते फिर मैनू गुस्से का ढंग समझाओ ते फिर इहो ही गुस्सा मनना हंडाए हंडाउना हुंदा कैरी करना हुण तुसी अपना दुख समझियो दुख ते सुख भी इहो ही कोई बहुती चीज नहीं है तुसी एक चीज कमा ली किसी एक औगण ਨੂੰ जिस दिन तुसी कमा लिया ना एक किसी एक औगण ते कमाई करके प्रैक्टिस करके ਉਹ ਛੱਡਦਾ ਤੁਸੀਂ ਹੈਰਾਨ ਹੁੰਦਾ ਤੁਹਾਡੇ ਕੋਲ ਸਾਰੇ ਛੁੱਟ ਜਾਣਗੇ ਜਿਵੇਂ ਆ ਸਾਜ਼ਾਂ ਵਾਲੇ ਹੁੰਦੇ ਨਾ ਜਿਹਨੇ ਤਬਲਾ ਵਜਾਉਣਾ ਸਿੱਖ ਲਿਆ ਢੋਲਕੀ ਚੱਕ ਸਿੱਖ ਜਾਂਦਾ ਜਿਹਨੇ ਜਿਹੜੇ ਸਟ੍ਰਿੰਗ ਇਨਸਟਰੂਮੈਂਟਸ ਨੇ ਜਿਹਨੇ ਰਬਾਬ ਸਿੱਖ ਲਈ ਉਹਨੇ ਤਾਂ ਦੂਜਾ ਸਿੱਖ ਲੈਣਾ ਉਹਨੇ ਜਿਹੜਾ ਦਿਲਰੂਬਾ ਵੀ ਸਿੱਖ ਲੈਣੀ ਉਹਦੇ ਵਾਸਤੇ ਸੌਖਾ ਹੋ ਜਾਂਦਾ ਜੇ ਦਿਨ ਤੁਸੀਂ ਇੱਕ ਵੀ ਕਮਾ ਲਿਆ ਤੁਸੀਂ ਸਾਰਿਆਂ ਤੋਂ ਮੁਕਤ ਹੋ ਜਾਣਾ ਇਹ ਬੜੀ ਢਾਡੀ ਲੀਲਾ ਹੈ ਗੁਰੂ ਮਹਾਰਾਜ ਦੀ ਹੁਣ ਦੁੱਖ ਕੀ ਹੁੰਦਾ ਹੈ ਹੁਣ ਗੁੱਸਾ ਜਦੋਂ ਆਉਂਦਾ ਹੈ ਵੱਧ ਤੋਂ ਵੱਧ ਕੀ ਹੈ ਸਾਡੇ ਅੰਦਰ ਮੰਗਾਂ ਨੇ ਅਸੀਂ ਇਕੱਠੀਆਂ ਕੀਤੀਆਂ ਆਸੇ-ਪਾਸੇ ਦੇ ਲੋਕਾਂ ਨੂੰ ਦੇਖ ਕੇ ਤੇ ਜਦੋਂ ਲੋਕਾਂ ਨੂੰ ਦੇਖ ਕੇ ਮੰਗਾਂ ਇਕੱਠੀਆਂ ਕੀਤੀਆਂ ਮੈਨੂੰ ਸਾਰੇ ਚੰਗਾ ਕਹਿਣ ਮੈਨੂੰ ਬੁਰਾ ਨਾ ਕਹਿਣ ਤੇ ਜਦੋਂ ਕੋਈ ਬੁਰਾ ਕਹੇਗਾ ਗੁੱਸਾ ਆਏਗਾ ਕਿ ਨਹੀਂ ਆਏਗਾ ਕਿ ਨਹੀਂ ਸੁਣੀ ਗੱਲ ਪੂਰੀ ਕਿ ਨਹੀਂ ਥੋੜੀ ਜਦੋਂ ਸਾਡੇ ਅੰਦਰ ਡਿਮਾਂਡਸ ਨੇ ਮੰਗਾਂ ਨੇ ਕਿ ਸਾਨੂੰ ਸਾਰੇ ਚੰਗਾ ਹੀ ਕਹਿਣ ਇਹ ਮੰਨਿਆ ਹੋਇਆ ਹੈ ਅਸੀਂ ਕਿ ਆਪਣੀ ਸਾਈਕੋਲੋਜੀ ਬਣਾਈ ਹੈ ਇਦਾਂ ਤੇ ਜਦੋਂ ਕੋਈ ਬੁਰਾ ਕਹੇਗਾ ਗੁੱਸਾ ਆਏਗਾ ਕਿ ਨਹੀਂ ਤੁਹਾਨੂੰ ਬਹੁਤਾ ਗੁੱਸਾ ਤਾਂ ਤਾਂ ਨਹੀਂ ਆਉਂਦਾ ਹੈ ਕਿ ਸੱਸ ਨੇ ਇਦਾਂ ਕਹਿਤਾ ਭਾਈ ਨੇ ਇਦਾਂ ਕਹਿਤਾ ਨਹੁੰ ਇਦਾਂ ਬੋਲ ਪਈ ਆ ਫਲਾਣਾ ਨੇ ਇਦਾਂ ਕਰਤਾ ਹੋਰ ਕਾਹਦਾ ਗੁੱਸਾ ਹੈ ਇਹ ਗੁੱਸਾ ਉਹ ਮੰਗ ਕਰਕੇ ਆਉਂਦਾ ਹੈ ਹੁਣ ਜਦੋਂ ਕਿਸੇ ਨੇ ਤੁਹਾਨੂੰ ਬੁਰਾ ਕਿਹਾ ਆਹ ਜਿਹੜਾ ਦਿਮਾਗ ਹੈ ਨਾ ਹੁਣ ਉਹ ਸ਼ਬਦ 'ਚ ਕੁਝ ਨਹੀਂ ਹੈ ਇਦਾਂ ਹੀ ਕਿਹਾ ਹੀ ਕਹਿ ਦਿੰਦੇ ਚਲੋ ਤੁਸੀਂ ਬਹੁਤ ਬੁਰੇ ਸਾਰੇ ਜਾਣੇ ਗੁੱਸਾ ਆਇਆ ਕਿੰਨਾ ਆਇਆ ਤੇ ਸੋਚ ਕੇ ਵੇਖੋ ਹੁਣ ਆਹ ਜਿਹੜਾ ਦਿਮਾਗ ਹੈ ਇਹਨੇ ਕੀ ਕੀਤਾ ਇਹਨੇ ਕੈਰੀ ਨਹੀਂ ਕੀਤਾ ਹੰਡਾਇਆ ਨਹੀਂ ਉਹਨੂੰ ਤੇ ਹੁਣ ਤੁਸੀਂ ਆਰਾਮ ਨਾਲ ਬੈਠੇ ਦੁੱਖ ਨਹੀਂ ਬੜੇ ਹੱਸਣ ਦੇ ਪਰ ਜੇ ਜਦੋਂ ਇਹ ਗੱਲ ਨੂੰ ਸੁਣ ਕੇ ਫਿਰ ਇਹ ਹੰਡਾਉਂਦਾ ਹੈ ਇੱਥੇ ਥੌਟ ਚੱਲਦੇ ਨੇ ਹੜ ਆਉਂਦਾ ਹੈ ਸੋਚਾਂ ਦਾ ਇਹਨੇ ਇਦਾਂ ਕੋ ਕਿਹਾ ਨਹੀਂ ਕਹਿਣਾ ਚਾਹੀਦਾ ਮੇਰੀ ਇੱਜ਼ਤ ਨਹੀਂ ਹੈਗੀ ਮੇਰਾ
दुख है जी इतने घूमती। दुख शब्द च नहीं है, दुख जिहड़ा इत्थे तुसीं सोच रहे हो उत्थे ਉਹ ਜਿਹੜਾ ਉਹਨੂੰ ਸਤਿਗੁਰੂ ਕਹਿੰਦੇ ਆ ਹੰਡਾਉਣਾ। ਹੁਣ ਸਤਿਗੁਰੂ ਕਹਿੰਦੇ ਹੰਡਾਉਣਾ ਨਹੀਂ ਹੈ, ਬੜੀ ਖੂਬਸੂਰਤ ਹੈ। ਹੁਣ ਇੱਕ ਮਾਂ ਨੂੰ ਗੁੱਸਾ ਆਇਆ, ਪਤੀ ਨਾਲ ਕੋਈ ਝਗੜਾ ਹੋਇਆ, ਪਤੀ ਨੇ ਕੋਈ ਗਲਤ ਸ਼ਬਦ ਬੋਲੇ, ਉਹਨੂੰ ਗੁੱਸਾ ਆਇਆ, ਇੱਕ ਸਾਈਡ ਤੇ ਹੋ ਕੇ ਬਹਿ ਗਈ, ਮੇਰੇ ਗੁਰੂ ਦਾ ਹੁਕਮ ਹੈ ਮੈਂ ਹੰਡਾਉਣਾ ਨਹੀਂ ਹੈ ਵੀ ਮੇਰੀ ਕੇਸ ਮੰਗ ਤੋਂ ਗੁੱਸਾ ਆ ਰਿਹਾ ਹੈ, ਪਤੀ ਗਲਤ ਬੋਲਿਆ ਹੈ, ਉਹਦਾ ਕਰਮ ਉਹਨੇ ਦੇਣਾ ਹੈ, ਉਹਦੇ ਕਰਮ ਦਾ ਭੁਗਤਾਨ ਉਹਨੇ ਕਰਨਾ ਹੈ, ਕਿਉਂਕਿ ਮੇਰੇ ਸਤਿਗੁਰੂ ਕਹਿੰਦੇ ਨੇ ਕਿ ਦੱਦੇ ਦੋਸ਼ ਨਾ ਦੇਓ ਕਿਸੇ ਦੋਸ਼ ਕਰਮਾ ਆਪਣੇ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰ ਜਨਾ। ਕਿਉਂ ਮੈਂ ਦੋਸ਼ ਦਵਾਂ ਕਿ ਉਹਦੇ ਕਰਕੇ ਮੈਂ ਦੁਖੀ ਹਾਂ, ਮੈਂ ਦੁਖੀ ਮੇਰੇ ਕਰਕੇ ਹਾਂ। ਤੇ ਜੇ ਮੈਨੂੰ ਉਹਨੇ ਕੁਝ ਕਿਹਾ ਹੈ ਕੌੜਾ, ਉਹਨੇ ਕੌੜੇ ਬੀਜ ਬੋਲੇ ਨੇ, ਉਹਨੇ ਕੌੜਾ ਕਰਮ ਬੀਜਿਆ ਹੈ, ਉਹਨੂੰ ਵੱਢਣਾ ਪੈਣਾ, ਉਹ ਦੁਖੀ ਹੋਵੇ, ਮੈਂ ਕਿਉਂ ਦੁਖੀ ਹੋਵਾਂ। ਜੇ ਮੈਂ ਦੁਖੀ ਹਾਂ ਤੇ ਮੈਂ ਆਪਣੇ ਕਾਰਨ ਕਰਕੇ ਹਾਂ, ਫਿਰ ਆਪਣਾ ਕਾਰਨ ਖੋਜੋਗੇ ਮੈਂ ਮੰਗਤਾ ਕਿੱਥੇ ਬਣਿਆ, ਮੰਗ ਹੋਏਗੀ ਕੋਈ ਨਾ। ਤੇ ਤੁਸੀਂ ਵੇਖੋਗੇ ਅੰਦਰ ਮੰਗਾਂ ਨੇ, ਤੇ ਤੁਸੀਂ ਬਹਿ ਕੇ ਇੱਕ ਸਾਈਡ ਤੇ ਕਰਦੇ ਹੋਵੋ, ਜਦੋਂ ਗੁੱਸਾ ਆਵੇ ਗੁਰੂ ਦਾ ਹੁਕਮ ਮੰਨ ਕੇ ਇੱਕ ਪਾਸੇ ਜਾ ਕੇ ਉਹ ਵੇਖੋ ਕਿ ਇੱਕ ਅਭਿਆਸ ਕਰਨਾ ਹੈ। ਤੇ ਪਹਿਲੀ ਗੱਲ ਤੇ ਤੁਸੀਂ ਹੌਲੀ ਹੌਲੀ ਤੁਹਾਨੂੰ ਕ੍ਰੋਧ ਆਉਣਾ ਖਤਮ ਹੋ ਜਾਣਾ। ਦੂਜੀ ਬਾਤ, ਜੇ ਤੁਹਾਡੇ ਅੱਗੇ ਧੀ ਹੈ, ਪੁੱਤ ਪੜਦਾ ਹੈ, ਤੇ ਜਦੋਂ ਉਹਨੇ ਆ ਕੇ ਪੁੱਛਿਆ ਕਿ ਮਾਂ ਜਾਂ ਪਿਤਾ ਕੀ ਹੋਇਆ, ਤੇ ਤੁਸੀਂ ਉਹਨੂੰ ਬੜੇ ਪ੍ਰੇਮ ਨਾਲ ਕਹੋ ਪੁੱਤ ਕੋਈ ਗੱਲ ਹੋਈ ਸੀ, ਮੈਨੂੰ ਗੁੱਸਾ ਆ ਰਿਹਾ ਸੀ, ਮੈਂ ਗੁੱਸੇ ਦਾ ਗੁਰੂ ਮਹਾਰਾਜ ਦਾ ਦਿੱਤਾ ਅਭਿਆਸ ਕਮਾਉਣ ਲਈ ਹੈ, ਉਹ ਕਿਤੇ ਹੰਡਾਉਣਾ ਨਹੀਂ ਹੈ, ਮੇਰੀ ਕਿਸੇ ਮੰਗ ਤੋਂ ਆਉਂਦਾ ਹੋਣਾ, ਮੇਰੀ ਕਿਸੇ ਆਪਣੀ ਮੰਗ ਤੋਂ ਆਉਂਦਾ ਹੋਣਾ, ਦੂਜੇ ਦਾ ਤੇ ਕਸੂਰ ਹੀ ਨਹੀਂ, ਮੇਰਾ ਕਸੂਰ ਹੈ, ਮੈਨੂੰ ਗੁੱਸਾ ਮੈਨੂੰ ਦਰਦ ਮੇਰੀ ਮੰਗ ਤੋਂ ਆ ਰਿਹਾ, ਮੇਰੇ ਤੋਂ ਆ ਰਿਹਾ। ਤੇ ਤੁਸੀਂ ਸੋਚ ਕੇ ਦੇਖੋ ਉਹ ਧੀ ਦੀ ਪਰਵਰਿਸ਼ ਕਿੰਨੀ ਸੋਹਣੀ ਹੋਈ, ਕਿ ਉਹਦੀ ਜ਼ਿੰਦਗੀ 'ਚ ਕਦੀ ਦੁੱਖ ਹੋਣੇ ਸੀ ਬਾਅਦ 'ਚ, ਜੇ ਉਹ ਉਸ ਪਰਵਰਿਸ਼ ਨਾਲ ਪੜਦੀ ਜਾਂ ਉਹ ਪੁੱਤ ਉਸ ਪਰਵਰਿਸ਼ ਨਾਲ ਪੜਦਾ, ਉਹਦੀ ਜ਼ਿੰਦਗੀ 'ਚ ਕਦੀ ਦੁੱਖ ਆ ਸਕਦਾ ਸੀ ਬਾਅਦ। ਜਿੰਨਾ ਮਰਜ਼ੀ ਦਾਜ ਦੇ ਲਓ, ਜਿੰਨੀ ਮਰਜ਼ੀ ਪੜ੍ਹਾਈ ਕਰਾ ਕੇ ਭੇਜ ਦਿਓ, ਆਹ ਮੇਰੇ ਗੁਰੂ ਦੀ ਪੜ੍ਹਾਈ ਜਿੰਨੀ ਦੇਰ ਤੱਕ ਨਹੀਂ ਕਰਾਓਗੇ ਤੁਹਾਡੇ ਬੱਚੇ ਸੁਖੀ ਨਹੀਂ ਹੋ ਸਕਦੇ, ਨਾ ਤੁਸੀਂ ਸੁਖੀ ਹੋ ਸਕਦੇ। ਅਸੀਂ ਆਪਣੀ ਆਪ ਜੀ ਨੂੰ ਇੱਕ ਗੱਲ ਸੁਣਾਂਗੇ, ਸਾਨੂੰ ਵੀ ਸਾਡੇ ਅੰਦਰ ਵੀ ਮੰਗਾਂ ਸੀ ਏਦਾਂ ਬੜੀਆਂ ਕਿ ਸਾਰੇ ਚੰਗਾ ਕਹਿਣ, ਸਾਰੇ ਚੰਗਾ ਕਹਿਣ। ਅਸੀਂ ਕੀ ਕਰਨਾ, ਹੁਣ ਮੰਗਾਂ ਸੀ ਜਦੋਂ ਕਿਸੇ ਨੇ ਮਾੜਾ ਕਹਿਣਾ ਗੁੱਸਾ ਆਏਗਾ। ਫਿਰ ਸਤਿਗੁਰੂ ਦਾ ਆਹ ਅਭਿਆਸ ਸਤਿਗੁਰੂ ਨੇ ਦਿੱਤਾ ਕਿ ਬੁਰੇ ਦਾ ਭਲਾ ਕਰਨਾ ਹੈ। ਹੁਣ ਬੁਰੇ ਦਾ ਭਲਾ ਕਰਨਾ ਵੀ ਸਤਿਗੁਰੂ ਨੇ ਬੜਾ ਸੋਹਣਾ ਸਮਝਾਇਆ ਸੀ, ਸਮਝਣਾ ਹੈ। ਸਾਡੀ ਸਾਈਕੋਲੋਜੀ 'ਚ ਗੜਬੜ ਹੈ ਥੋੜੀ ਜਿਹੀ, ਸਾਡੀ ਆਰਟ ਆਫ ਲਿਵਿੰਗ 'ਚ ਗੜਬੜ ਹੈ, ਅਸੀਂ ਗੁਰੂ ਤੋਂ ਨਹੀਂ ਸਿੱਖਿਆ ਤਾਂ ਕਰਕੇ। ਚਲੋ ਇੱਕ ਸਵਾਲ ਪੁੱਛਦੇ, ਛੇਤੀ ਛੇਤੀ ਜਵਾਬ ਦੇ ਜਾਏ। ਜਦੋਂ ਕੋਈ ਰੋਟੀਆਂ ਤੋਂ ਗਰੀਬ ਮਿਲੇ, ਭੁੱਖਾ ਹੈ ਬੜੇ ਦਿਨਾਂ ਦਾ, ਕੀ ਦਿੰਦੇ ਹੋ? ਰੋਟੀ ਦਿੰਦੇ ਹੋ ਨਾ, ਤਰਸ ਆਉਂਦਾ ਹੈ ਉਹਦੇ ਤੇ, ਪ੍ਰੇਮ ਆਉਂਦਾ ਹੈ। ਜਦੋਂ ਕੋਈ ਬਾਹਰ ਠੰਡ ਹੋਵੇ, ਕਿਸੇ ਨੂੰ ਕੱਪੜੇ ਨਹੀਂ ਹੈ, ਉਹਨੂੰ ਠੰਡ ਲੱਗ ਰਹੀ ਹੈ, ਠੰਡ 'ਚ ਮਰ ਰਿਹਾ ਹੈ ਵਿਚਾਰਾ, ਤਰਸ ਆਉਂਦਾ ਹੈ, ਪਿਆਰ ਆਉਂਦਾ ਹੈ, ਕੱਪੜਾ ਦਿੰਦੇ ਹੋ ਜਾਂ ਕਹਿੰਦੇ ਹੋ ਇੱਥੇ ਮਰਿਆ ਰਿਹਾ ਮਰ ਜਾ, ਇੱਥੇ ਕੱਪੜਾ ਦਿੰਦੇ ਹੋ ਨਾ। ਜੇ ਕਿਸੇ को कोई इलाज है, किसी ਦੇ ਜ਼ਖਮ ਹੋਇਆ, किसी को पैसे नहीं ने इलाज वास्ते, गरीब ਦੇ ਪੈਸੇ ਆ ਤੇ ਤਰਸ ਆਉਂਦਾ ਹੈ ਵਿਚਾਰੇ ਦੀ ਦਰਦ ਤੇ। ਹਾਂਜੀ, ਫਿਰ ਕੀ ਕਰਦੇ ਹੋ? ਪੈਸੇ ਦੇ ਕੇ ਉਹਦਾ ਇਲਾਜ ਕਰਵਾਉਂਦੇ, ਉਹਨੂੰ ਇਲਾਜ ਦਿੰਦੇ। ਹੁਣ ਜਰਾ ਕਿ ਧਿਆਨ ਨਾਲ ਜਵਾਬ ਦੇ, ਜਦੋਂ ਕੋਈ ਗੁਨਾਹ ਤੋਂ ਗਰੀਬ ਮਿਲੇ, ਜਿਹੜਾ ਗੁਨਾਹ ਤੋਂ ਗਰੀਬ ਹੈ, ਜਿਹਦੇ ਕੋ ਔਗਣ ਨੇ, ਤੇ ਜਦੋਂ ਉਹਦੇ ਔਗਣ ਦਿਖਾਈ ਦਿੰਦੇ ਤੇ ਔਗਣ ਦੇ ਵਿੱਚੋਂ ਖਿਜਣ ਲਿਆ ਹੈ, ਰੌਲਾ ਪਾਉਣ ਲਿਆ ਹੈ, ਮੰਦੀਆਂ ਗਾਲਾਂ ਕੱਢਣ ਲਿਆ ਹੈ, ਫਿਰ ਕੀ ਕਰਦੇ? ਫਿਰ ਤਰਸ ਆਉਂਦਾ ਉੱਤੇ? ਫਿਰ ਕੀ ਕਰਦੇ? ਸੇਮ ਉਹਦੇ ਵਰਗੇ ਨਹੀਂ ਹੋ ਜਾਂਦੇ ਜਿੱਦਾਂ ਉਹ ਕਰ ਰਿਹਾ, ਤਾਂ ਤੁਸੀਂ ਵੀ ਉਦਾਂ ਹੋ ਜਾਂਦੇ। ਫਿਰ ਤੁਹਾਡੇ ਤੇ ਉਹਦੇ 'ਚ ਫਰਕ ਕੀ ਹੋਇਆ? ਫਿਰ ਤੇ ਦੋਵੇਂ ਕਮਲੇ, ਫਰਕ ਕੀ ਹੋਇਆ? गलत कर रहे हैं ना, कितने सही कर रहे हैं पर अगे जाके गलत कर रहे हैं। जो कोई गुनाह तो गरीब मिले, साडे कोई एक सिंह आया कहने लगा खालसा जी अरदास करते हो मैनू ना कोई बुराई ना किसी की दिखाई जाए। ਅਸੀਂ ਉਹਨੂੰ ਹੱਸ ਕੇ ਕਿਹਾ ਕਿ ਮਹਾਰਾਜ ਨੂੰ ਫਿਰ ਇਹ ਕਹਿਣਾ ਪੈਣਾ ਤੇਰੀ ਅੱਖਾਂ ਵੀ ਖੋਲੇ, ਤੇਰੀ ਸਮਝ ਵੀ ਖੋਲੇ, ਜੇ ਕਹਿਣਾ ਹੈ ਤੇ ਹੁਣੇ ਕਰ ਦਿੰਦੇ। ਫਿਰ ਕਹਿੰਦਾ ਨਹੀਂ ਨਹੀਂ ਇਦਾਂ ਨਾ ਕਰਿਓ, ਅਸੀਂ ਤਾਂ ਫਿਰ ਇਹ ਜਾਣ ਕਿ ਤੈਨੂੰ ਸਾਹਿਬ ਨੇ ਦਿੱਤੀਆਂ ਕਿਉਂ ਨਹੀਂ, ਕੁਝ ਵਜ੍ਹਾ ਹੋਏਗੀ, ਤੂੰ ਗਲਤ ਰਿਹਾ ਹੈ।
ਉਹਨੇ ਬਖਸ਼ਿਸ਼ ਕੀਤੀ ਹੋਏਗੀ। ਇਹ ਤੇਰੀ ਕਿੱਦਾਂ ਦੀ ਰਜ਼ਾ ਹੈ ਕਿ ਬਖਸ਼ਿਸ਼ ਖਵਾ ਲਓ ਪਰ ਬਖਸ਼ਿਸ਼ ਨੂੰ ਸਮਝੋ ਨਾ। ਜਦੋਂ ਸਾਨੂੰ ਕਿਸੇ ਦੀ ਬੁਰਾਈ ਦਿਖਾਈ ਦਿੰਦੀ ਉਹ ਸੇਮ ਹੀ ਹੈ ਜਿੱਦਾਂ ਤੁਹਾਨੂੰ ਭੁੱਖਾ ਦਿਖਿਆ ਹੈ, ਤੁਹਾਡੇ ਅੰਦਰ ਦਰਦ ਪੈਦਾ ਹੋਇਆ। ਹੋ ਸਕਦਾ ਹੈ ਉਸੇ ਭੁੱਖੇ ਦੇ ਕੋਲੋਂ ਦੀ ਸਵੇਰ ਦੇ 100 ਜਾਣੇ ਲੰਘ ਕੇ ਹੁਣ ਕਿ ਕੋਈ ਕੰਮਾਂ ਦੇ ਰੁਝੇਵੇਂ ਦੇ ਵਿੱਚ, ਕੋਈ ਕਿਸੇ ਦੌੜ ਭੱਜ ਦੇ ਵਿੱਚ ਉਹਨਾਂ ਨੂੰ ਉਹਦੀ ਭੁੱਖ ਨਾ ਦਿਖੀ ਹੋਵੇ। ਹੋ ਸਕਦਾ ਹੈ ਕੋਈ ਫੋਨ ਤੇ ਲੱਗਾ ਉਹਨੂੰ ਕੋਡ ਮਾਰ ਕੇ ਵੀ ਲੰਘ ਗਿਆ ਹੋਵੇ, ਪਰ ਮਹਾਰਾਜ ਨੇ ਤੁਹਾਨੂੰ ਵਿਖਾਇਆ ਕਿਉਂਕਿ ਤੁਹਾਨੂੰ ਉਹਨੇ ਸੇਵਾ ਦਿੱਤੀ ਹੈ ਕਿ ਆ ਮੇਰੀ ਧੀਏ, ਆ ਮੇਰੇ ਪੁੱਤਰਾ, ਆ ਸੇਵਾ ਕਰ ਤੇ ਮੇਰੇ ਲਾਗੇ ਆ ਜਾ। ਉਹ ਤੁਹਾਨੂੰ ਬੁਲਾ ਰਿਹਾ ਹੈ, ਉਹਦਾ ਸੁਨੇਹਾ ਹੈ ਉਹ ਦਿਖਾਉਣਾ। ਤੁਹਾਨੂੰ ਸੇਵਾ ਦੇਣੀ ਉਹਦਾ ਸੁਨੇਹਾ ਹੈ, ਤਾਂ ਉਹਦੀ ਪੁਕਾਰ ਹੈ, ਤੁਹਾਨੂੰ ਸੱਦਣਾ ਹੈ। ਤੇ ਸੇਮ ਕੰਮ ਜਿਹੜਾ ਨਿਰਵਹਾਰ ਬੰਦਾ ਹੈ ਉਹਦੇ ਨਾਲ ਵੀ ਹੁੰਦਾ। ਜਦੋਂ ਕੋਈ ਬੰਦਾ ਕ੍ਰੋਧ ਚ ਖਿੱਚ ਰਿਹਾ ਹੈ, ਸੜ ਰਿਹਾ ਹੈ, ਤੇ ਤੁਹਾਨੂੰ ਦਿਖਣਾ ਚਾਹੀਦਾ ਹੈ ਮੇਰੇ ਗੁਰੂ ਨਾਨਕ ਤੋਂ ਦੂਰ ਜਾਈ ਜਾਂਦਾ। ਇਹ ਵਿਚਾਰਾ ਕਰਮਾਂ ਨੂੰ ਭੋਗ ਕੇ ਨੇ ਪਤਾ ਨਹੀਂ ਕਿੰਨੇ ਕਿਹੜੇ ਹੋਰ ਭੋਗੜੇ ਦੇ ਵਿਚਾਰੇ ਦਾ ਹਾਲ ਕੀ ਹੈ। ਦਇਆ ਹੋਣੀ ਚਾਹੀਦੀ ਹੈ, ਅੰਦਰੋਂ ਜਾਪ ਆਉਣਾ ਚਾਹੀਦਾ ਹੈ, ਜੋਦੜੀ ਹੋਣੀ ਚਾਹੀਦੀ ਹੈ। ਉਹ ਵੀ ਤਾਂ ਹੀ ਮਹਾਰਾਜ ਦਿਖਾਉਂਦੇ ਨੇ ਕਿ ਸੇਵਾ ਕਰ। ਜੇ ਉਹਨੂੰ ਗੁਣ ਦੇ ਸਕਦਾ ਹੈ ਗੁਣ ਦੇ, ਨਹੀਂ ਤੇ ਉਹਨੂੰ ਚੰਗੀ ਸਾਖੀ ਸੁਣਾ, ਨਹੀਂ ਤੇ ਕੀ ਕਰ, ਕੁਝ ਵੀ ਹੁੰਦਾ ਤੇ ਮੂਲ ਮੰਤਰ ਸਾਹਿਬ ਦਾ ਜਾਪ ਕਰਕੇ ਉਹਦੇ ਵਾਸਤੇ ਅਰਦਾਸ ਕਰਦੇ ਕਿ ਮਹਾਰਾਜ ਇਹਨੂੰ ਵੀ ਠੀਕ ਕਰਿਓ, ਮੈਨੂੰ ਵੀ ਠੀਕ ਕਰਿਓ। ਹੁਣ ਤੁਸੀਂ ਸੋਚੋ ਗੁਰੂ ਨਾਨਕ ਕਦੋਂ ਖੁਸ਼ ਹੋਣਗੇ? ਜਦੋਂ ਤੁਸੀਂ ਉਹਦੇ ਨਾਲ, ਜੇ ਉਹ ਗਾਲਾਂ ਕੱਢਦਾ ਹੈ ਤੇ ਤੁਸੀਂ ਵੀ ਗਾਲਾਂ ਕੱਢੋ, ਉਹ ਖਿੱਚਦਾ ਹੈ ਤੇ ਤੁਸੀਂ ਵੀ ਖਿੱਚੋ, ਜਾਂ ਤੁਸੀਂ ਉਹਦੇ ਵਾਸਤੇ ਗੁਰੂ ਨਾਨਕ ਮਹਾਰਾਜ ਦੇ ਚਰਨਾਂ 'ਚ ਜੋਦੜੀ ਕਰੋ, ਉਹਦਾ ਭਲਾ ਮੰਗੋ। ਕਦੋਂ ਖੁਸ਼ ਹੋਣਗੇ? ਜਦੋਂ ਭਲਾ ਮੰਗਾਂਗੇ ਜਾਂ ਜਦੋਂ ਵਾਪਸ ਗੁੱਸਾ ਕਰਾਂਗੇ। ਤੇ ਜੇ ਕਰਦੇ ਕੀ ਹੈ ਕਰਨਾ, ਗੁੱਸਾ ਕਰਦੇ ਆ ਨਾ, ਫਿਰ ਇਹਦਾ ਕੁਝ ਮਤਲਬ ਹੋਇਆ? ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਮੰਗਣ ਦਾ ਕੋਈ ਮਤਲਬ ਹੋਇਆ? ਭਲਾ ਮੰਗਣ ਦਾ ਵੀ ਇੱਕ ਤਰੀਕਾ ਹੈ, ਕਰਨ ਦਾ ਵੀ ਇੱਕ ਤਰੀਕਾ। ਜਦੋਂ ਮੌਕਾ ਦਿੱਤਾ ਉਦੋਂ ਪੁੱਛਦਾ ਨਹੀਂ, ਉਹ ਤਾਂ ਮੰਗੀ ਜਾਂਦੇ। ਹੁਣ ਕੀ ਕਰਨਾ ਹੈ? ਇੱਕ ਪ੍ਰੈਕਟਿਸ ਹੈ ਕਿ ਜਦੋਂ ਵੀ ਕੋਈ ਦੇ ਅੰਦਰ ਕੋਈ ਔਗਣ ਦਿਖਾਈ ਦੇਵੇ, ਕੋਈ ਬੈਡ ਕੁਆਲਿਟੀ ਦਿਖਾਈ ਦੇਵੇ, ਜਾਂ ਤੇ ਉਹਨੂੰ ਸਮਝਾਉਣਾ ਹੈ ਪ੍ਰੇਮ ਨਾਲ ਕਿ ਉਹਦੇ ਅੰਦਰ ਗੁਣ ਪਾਉਣ ਦੀ ਕੋਸ਼ਿਸ਼ ਕਰਨੀ ਹੈ, ਜਾਂ ਜਿਹੜਾ ਹੈ ਜੇ ਨਹੀਂ ਕਰ ਸਕਦੇ ਤੇ ਆਪਣੇ ਪਿਆਰੇ ਅੱਗੇ ਮੂਲ ਮੰਤਰ ਸਾਹਿਬ ਦਾ ਜਾਪ ਕਰਨਾ ਤੇ ਅਰਦਾਸ ਕਰਨੀ। ਕਰੋਗੇ ਨਾ? ਹੁਣ ਕਿਹੜਾ ਕਿਹੜਾ ਬੱਚਾ ਕਰੇਗਾ? ਸਾਰੇ ਜਾਣੇ ਕਰੋਗੇ? ਚਲੋ, ਜੇ ਪ੍ਰੈਕਟਿਸ ਕੀਤੀ ਤੇ ਪੁੱਤ ਫਿਰ ਤੁਹਾਨੂੰ ਦੁੱਖਾਂ ਤੋਂ ਪਾਰ ਜਾਣਾ ਆ ਜਾਣਾ। ਫਿਰ ਤੁਹਾਨੂੰ ਗੁੱਸਾ ਨਹੀਂ ਆਇਆ ਕਰੇਗਾ, ਸ਼ੂਰਵੀਰ ਆਏਗੀ। ਅੱਜ ਬਹੁਤੇ ਜਾਣੇ ਨੇ ਉਹ ਗੁੱਸੇ ਨੂੰ ਹੀ ਸ਼ੂਰਵੀਰਤਾ ਦੱਸੀ ਜਾਂਦੇ, ਵਿੱਚ ਵੀਰ ਰਸ ਆ ਗਿਆ। ਦੂਜੀ ਚੀਜ਼ ਇਹਦੇ ਕਿ ਗੁੱਸਾ ਮਨ ਨਾ ਹਟਾਏ। ਜੇ ਆ ਵੀ ਗਿਆ ਗੁੱਸਾ ਤੇ ਫਿਰ ਕਹਿ ਨਹੀਂ ਕਰਨਾ ਕਿ ਬੜੇ ਚਲਾਕ ਆ ਸਾਰੇ ਜਾਣੇ, ਬਿਜ਼ਨਸਮੈਨ ਆ, ਧੰਦਾ ਕਰਨਾ ਜਾਣਦੇ। ਜੇ ਕੋਈ ਬੰਦਾ ਨੇੜੇ ਦਾ ਹੋਵੇ ਨਾ, ਜਿਤਨਾ ਮਤਲਬ ਹੋਵੇ, ਤੇ ਨਹੀਂ ਗੁੱਸਾ ਹਟਾਉਣੇ ਆ, ਇੱਕ ਦੋ ਦਿਨ ਹਟਾ ਕੇ ਫਿਰ ਨਾਰਮਲ ਹੋ ਜਾਂਦੇ ਉਹਦੇ ਨਾਲ। ਪਰ ਜੇ ਕੋਈ ਦੂਰ ਦਾ ਰਿਸ਼ਤੇਦਾਰ ਹੋਵੇ ਜਿਤਨਾ ਉਹਦੇ ਨਾਲ ਤੇ ਕਈ ਸਾਲਾਂ ਤੱਕ ਹਟਾਉਂਦੇ। ਹੁਣ ਅਸੀਂ ਪੁੱਛਦੇ ਆ ਮਹਾਰਾਜ ਨੇ ਆਹ ਬੁੱਧ ਜਿਹੜੀ ਇੰਨੀ ਪਾਕ, ਇੰਨੀ ਸੋਹਣੀ, ਇਹਦੇ 'ਚ ਜਿਹੜੀ ਮੈਮਰੀ ਪੈਂਦੀ ਹੈ, ਜਿਹਦੇ 'ਚ ਯਾਦ ਰਹਿੰਦਾ, ਤੁਹਾਨੂੰ ਤੁਹਾਡਾ ਨਾਮ ਯਾਦ ਰਹਿੰਦਾ, ਤੁਹਾਨੂੰ ਤੁਹਾਡੇ ਘਰ ਦਾ ਨੰਬਰ ਯਾਦ ਰਹਿੰਦਾ, ਤੁਹਾਨੂੰ ਤੁਹਾਡੇ ਘਰ ਦਾ ਐਡਰੈਸ ਯਾਦ ਰਹਿੰਦਾ, ਮਾਂ ਦੀ ਸ਼ਕਲ ਯਾਦ ਰਹਿੰਦੀ, ਪਿਤਾ ਦੀ ਸ਼ਕਲ ਯਾਦ ਰਹਿੰਦੀ, ਸਾਰਾ ਸਮਾਨ ਕਿੱਥੇ ਕਿੱਥੇ ਪਿਆ ਯਾਦ ਰਹਿੰਦਾ। ਇਹਦੀ ਮੈਮਰੀ ਚਿਪ ਕੋਈ ਬਾਹਰੋਂ ਖਵਾਈ ਸੀ ਕਿ ਮਹਾਰਾਜ ਨੇ ਦਿੱਤੀ ਸੀ? ਕਿਹਨੇ ਦਿੱਤੀ ਸੀ? ਇਹ ਯਾਦ ਸ਼ਕਤੀ ਜਿਹੜੀ ਕਿਹਨੇ ਦਿੱਤੀ ਹੈ? ਗੁਰੂ ਮਹਾਰਾਜ ਨੇ ਦਿੱਤੀ ਹੈ। ਫਿਰ ਇਹਦੇ 'ਚ ਲੋਕਾਂ ਦਾ ਇੰਨਾ ਕੂੜਾ ਕਰਕਟ ਢੋਣ ਦੀ ਜ਼ਰੂਰਤ ਹੈ? ਫਿਰ ਕਿਉਂ ਢੋਂਦੇ? ਮਹਾਰਾਜ ਨੇ ਤੁਹਾਨੂੰ ਕੋਈ ਭਾਂਡਾ ਦਿੱਤਾ ਹੈ ਰੰਗ ਮਾਨਣ ਨੂੰ, ਪ੍ਰੇਮ ਕਰਨ ਨੂੰ, ਸਿਰ ਤੋਂ ਸਲਾਹ ਨੂੰ, ਉਹ ਮਹਾ ਖੇਡ ਨੂੰ, ਇੱਕ ਦੂਜੇ ਦਾ ਕੂੜਾ ਕਰਕਟ ਢੋਣ ਨੂੰ ਨਹੀਂ ਦਿੱਤਾ। ਹੁਣ ਤੁਸੀਂ ਉਹ ਭਾਂਡੇ ਦੇ ਵਿੱਚ, ਆ ਜਿਹੜਾ ਭਾਂਡਾ ਹੈ ਇਹਦੇ 'ਚ ਇੰਨਾ ਕੂੜਾ ਕਰਕਟ ਪਾ ਕੇ ਫਿਰ ਆ ਕੇ ਬਾਅਦ 'ਚ ਸਾਡੇ ਕੋਲ ਆ ਜਾਂਦੇ, ਖਾਲਸਾ ਜੀ ਨਾਮ ਜਪਦੇ, ਮਨ ਨਹੀਂ ਟਿਕਦਾ। ਇੰਨੀ ਬਦਬੂ, ਇੰਨੇ ਕੋੜ ਦੀ ਥਾਂ ਤੇ ਮਨ ਟਿਕੇਗਾ ਕਿਵੇਂ? ਸਾਡੇ ਕੋਲ ਵੀ ਕੋਈ ਇਤਿਹਾਸ ਹੁੰਦਾ ਕਿ ਤੁਹਾਨੂੰ ਖੜੇ ਬੰਦਾ ਜਾ ਕੇ ਜਿਹੜਾ ਟਰੈਸ਼ ਵਾਲਾ ਵੱਡਾ ਜਾਂ ਉਹ ਰੱਖੀ ਹੁੰਦੀ ਨਾ ਸਪੋਰਟ 'ਚ, ਤੇ ਵਾਪਸ ਸਮੈਲ ਲਾਉਂਦੀ, ਉੱਤੇ ਉਠਾ ਕੇ ਇੱਥੇ ਜੱਟ ਵਾਲਾ ਜੱਟਿਆ ਜਾਂਦਾ। ਆਪਣੇ ਆਪ ਦਿਮਾਗ ਦਾ ਤੇ ਇਹ ਹਾਲ ਕੀਤਾ ਹੈ ਅਸੀਂ, ਇੰਨਾ ਕੂੜਾ ਕਰਕਟ ਬਣਾ। ਮਹਾਰਾਜ ਨੇ ਇਹਦੇ ਵਾਸਤੇ ਬਿਲਕੁਲ ਨਹੀਂ ਦਿੱਤਾ। ਇਹ ਕਰਕੇ ਗੁੱਸਾ ਮਨ ਨਾ ਹਟਾਏ, ਕੈਰੀ ਨਹੀਂ ਕਰਨਾ, ਠੀਕ ਹੈ? ਫਿਰ ਕੀ ਹੋਏਗਾ? ਹੁਣ ਤੁਸੀਂ ਗੁੱਸਾ ਨਹੀਂ ਕਰੋਗੇ, ਹਾਈਪਰ ਨਹੀਂ ਹੋਵੋਗੇ। ਗੁੱਸੇ 'ਚ ਕੀ ਹੁੰਦਾ ਬੰਦਾ?
अडरनल ग्लैंड की करती है ਹੁਣ ਕਈ ਕਹਿੰਦੇ ਨੇ ਫਲਾਣਾ ਬੰਦਾ ਤੇ ਸ਼ਰਾਬੀ ਨੇ ਉਹਦੇ ਲਾਗੇ ਨਹੀਂ ਰਹਿਣਾ ਜੇ ਸਾਨੂੰ ਪੁੱਛੇ ਤੇ ਸਾਡੇ ਵਾਸਤੇ ਸ਼ਰਾਬੀ ਬੰਦਾ ਤੇ ਵਿਰੋਧੀ ਬੰਦਾ ਦੋਵੇਂ ਇੱਕੋ ਜਿਹੇ ਸ਼ਰਾਬੀ ਬੰਦਾ ਬਾਹਰੋਂ ਸ਼ਰਾਬ ਪੀਂਦਾ ਵਿਰੋਧੀ ਬੰਦਾ ਅੰਦਰੋਂ ਪੀਂਦਾ ਦੋਵੇਂ ਸੇਮ ਨੇ ਉਹ ਫਿਰ ਵੀ ਖਸਮਾਂ ਨੂੰ ਖਾਣਾ ਬਾਹਰੋਂ ਪੀਂਦੇ ਆ ਉਹਦੇ ਅੰਦਰੋਂ ਮਹਾਰਾਜ ਦੇ ਲਾਗੇ ਕੀ ਜਾਂਦੇ ਉਹਦੇ ਚ ਵੀ ਸੇਮ ਨਹੀਂ ਹੈ ਕਿ ਐਡਰਨਲ ਜਿਹੜਾ ਉਹ ਹਾਰਮੋਨ ਹੈ ਉਹਦੇ ਬਲੱਡ ਚ ਚਲੇ ਜਾਣਾ ਉਹਨੇ ਹਾਈਪਰ ਹੋ ਜਾਣਾ ਰੋੜਾ ਰੋੜਾ ਪਾ ਕੇ ਬਾਅਦ ਚ ਗੁੱਸਾ ਆ ਕੇ ਪਤਾ ਨਹੀਂ ਲੱਗਦਾ गुस्सा मानना हटा है फरीदा बुरे का भला करो समझा गया कितना करना दूजा गुस्सा मानना हटा है ये उन्नी देर तक प्रैक्टिस करनी होगी जितनी देर तक हो ना जाओ तुसी को वो तुम्हारा स्वभाव ना बन जाए साइकोलॉजी ना बन जाए जेड़ा फर्स्ट रिएक्शन है वो उदा हो ना जाए फिर सतगुरु कहते देही रोग ना लगे फिर तेरी देही नूं रोग नहीं लगेगा रोग किवें लगेगा जदों इहनूं तुसी डिस्टर्ब ही नहीं करोगे रोग किवें लगेगा अच्छा कभी स्ट्रेस ते डिप्रेशन सोचिया की हुंदी ऐहो ही ते हुंदे पासे रोकदे नहीं दौड़े जांदे ने इदां कहता हमने इदां कहता जो बूढ़ा कर के बस भजन रहे जी वो नहीं होएगी स्ट्रेस लगेगी आप जी डिप्रेशन होएगा साइकियाट्रिस्ट को जाना पड़ेगा ते सब कुछ पल्ले पाए इस जीवन का लाभ मिलेगा की सतगुरु ने झूठ कह रहे हैं उच्ची बोलो फिर सतगुरु पूछते क्यों नहीं कि सतगुरु मेरी ते तेरी नूं भी रोग लगी जांदे मेरे गुस्सा भी आई जांदा ये हट नहीं रहा क्यों नहीं हट रहा उसकी प्रैक्टिस कदों करनी है हुणे प्रैक्टिस करनी है असीं भी कीती सी सानू बहुत क्रोध आंदा सी बहुत ज़्यादा क्रोध आंदा सी सानू याद है सी पिताजी इत्थे हुंदे सी संसारी साडे असीं इंडिया पढ़दे सी पिताजी ने फोन करना फोन महंगे रखते सी पिताजी ने फोन करना सुनी जाना वापस नहीं कभी पिताजी ने कुछ थोड़ा बोले गुस्सा होना खून कंध ना मारना खून टूट जाए भैणा ने चुप के रख लेना फिर ना लगे बहुत गुस्सा आता सी सारे परिवार को पता है कि बहुत ज्यादा गुस्से वाला है एक ही होंदा तो गुस्से वाले बंदे को सारे कही जाते ना कि गुस्से वाला जानबूझ के भी थोड़ा जिहा एक्ट करता है कि मेरा गुस्सा काट ना जाए कई बार इदां भी होता है नहीं सच्ची बात दस रहे सी हंडाया है तां दस रहे सारे जने करते सारे ने अपनी एक इमेज बनाई अंदर अई उन्हें भी प्रोटेक्ट करते लगे ने जे मैं चंगा बड़ा मैं आ बड़ा हुण दा सानू इस पखंड दे विच ओ बनना नहीं है कदे चेते ही भुल गए ते फिर की होया एक दिन बाद गुरु महाराज ने रंग बख्शे एक अभ्यास दिता सी कमाउंदे रहे ते महाराज दी एक बड़ी खूबसूरती परमात्मा जी दी ना उत ध्यान दिओ परमात्मा जी दी एक बहुत सोहनी खूबसूरती है कि महाराज जो तुहानू कोई दात बख्शदे ना उसका प्रेम इहो जिहा है दस के नहीं देते वो एहसान नहीं करते तुहाडे ते मां भी कर देंदी मैं तेरे वास्ते आ करदी दी आ करदी वो दस के नहीं जाते कदों दे गए असीं कमाउंदे गए एक दिन एक पत्रकार साडे मित्र ने जतिंदर खालसा जी ने कल फोन दे सी लगे सुनन दे सी वो अज भी बड़ी बड़ा कुट खाधी उन्होंने साडे को ते ओ एक बार आए इदां ही साडे को अनु कह लगे खालसा जी मैं वो फलाने नूं कुट देना ते नहीं कि भी कुटना किवें पहला ये दस कहंदे तुहाडे बारे कुछ गलत कहंदा है नहीं कि चल दोवें जाने कुटण जावांगे पहला ये दस कहंदा की है कहंदे वो कहंदा है 100 चूहे खा के बिल्ली हज नूं चली हुण सानूं गुस्सा होना चाहिए सी साडे सुभाਅ दे मुताबिक सानूं बहुत गुस्सा होना चाहिए सी ते गुस्सा इन्ना होना चाहिए जदों भी बंदे दा नाम किते सुणदे साडे अंदर रिझ जाना चाहिए सी जिद्दां पहिलां हुंदा सी अपने आप को कड़ाया टालते अपने आप को टॉर्चर करते जदों उसका नाम होंदा उदों उसदी निंदिया करते ये जुल्म अपने आप से सानूं करते रहना चाहिए सी और उस दिन आश्चर्य घटना घटी कि गुस्सा नहीं आया कि असीं उहनूं कहा भी हाँ कहंदा गलत है जदों हुण मिलेगा ना उहनूं जाके कहीं कि 100 ना क्या कर झूठ बोलदा है क्या कर लखां चूहे खा के बिल्ली हज नूं 100 ते बहुत थोड़े कहने तो जिहड़े पत्रकार वीर ने ना चुप जे करके थोड़ी देर फिर कहते तुझे ते मेरा भी गुस्सा ठंडा कर वो चलिया गया असीं सोची पै गए कि सानू गुस्सा क्यों नहीं आया ज्यों-ज्यों फिर अगे अगे घटनावां घटदियां गईयां गुस्सा होना बंद होया फिर सानू प्यारा इन्ना प्यारा लगता है कि कमाल होई हुण अगे किन्ना कढ़दे सी किन्ना खिजदे सी किन्ना रोंदे सी किन्नी कल्पना सी किन्ना दुखी कीता सी
ਬਾਹਰੋਂ ਤੇ ਅੱਜ ਵੀ ਨਹੀਂ ਹਟਿਆ ਹੋਏਗਾ, ਅੱਜ ਵੀ ਕਈ ਜੀ ਕਹਿੰਦੇ ਹੋਣਗੇ, ਪਰ ਅੱਜ ਇੱਥੇ ਟੌਰਚਰ ਨਹੀਂ ਹੁੰਦਾ, ਅੱਜ ਇੱਥੇ ਅਸੀਂ ਨਰਕ ਨਹੀਂ ਬਣਾਇਆ। ਇਸ ਕਰਕੇ ਜਦੋਂ ਤੁਸੀਂ ਕਮਾਓਗੇ ਇਹ ਰੰਗ ਨੂੰ ਤੇ ਫਿਰ ਜਿਸ ਦਿਨ ਮਿਲੇਗਾ ਉਹ ਖੂਬਸੂਰਤੀ ਹੈ, ਫਿਰ ਤੁਹਾਨੂੰ ਪ੍ਰਭਾਵ ਨਹੀਂ ਹੋਏਗੀ ਉਹਨਾਂ ਦੀ। ਸਹੀ ਅਰਥ ਵਿੱਚ ਤੁਹਾਡਾ ਧਿਆਨ ਹੀ ਨਹੀਂ ਹੈ। ਹੁਣ ਤੇ ਤੁਸੀਂ ਮੰਗ ਰੱਖੀ ਹੈ ਤੇ ਮੰਗ ਦਾ ਇੱਕ ਕੰਮ ਹੁੰਦਾ, ਹੁਣ ਤੁਸੀਂ ਭਾਵੇਂ ਇੱਕ ਬਹੁਤੇ ਜਾਣੇ ਇੱਥੇ ਬੈਠੇ ਹੋ, ਤੁਸੀਂ ਆੜੇ ਕੰਨ ਨੇ ਨਾ ਇਹਨਾਂ ਦੀ ਥੋੜੀ ਦੂਰ ਸੁਣਨ ਦੀ ਸ਼ਮਤਾ ਹੈ। ਮਹਾਰਾਜ ਨੇ ਦੀ ਲਿਮਟ ਰੱਖੀ ਹੈ ਕਿ ਥੋੜੀ ਦੂਰੀ ਤੱਕ 10-15 ਫੁੱਟ ਤੱਕ ਤੁਸੀਂ ਸੁਣ ਸਕਦੇ ਹੋ। ਇੰਨੀ ਕੀ ਹੈ, ਇਹ ਤੋਂ ਜ਼ਿਆਦਾ ਹੈ, ਇੰਨੀ ਕੀ ਹੈ। अब कोई नहीं दूर 20-25 फुट ਤੇ ਬੋਲਣਾ ਪੈਣਾ ਹੈ ਕਿ ਮਾਈਕ ਦੀ ਜ਼ਰੂਰਤ ਪੈਣੀ, ਪਰ ਤੁਸੀਂ ਇੰਨੇ ਤੇਜ਼ ਹੋ ਕਿ ਬਹੁਤ ਸਾਇੰਸ ਨੇ ਤਰੱਕੀ ਕਰ ਲਈ, ਤੁਸੀਂ ਅਜੇ ਵੀ ਆਪਣੇ ਕੰਨ ਜਿਹੜੇ ਇੰਡੀਆ ਤੇ ਮਾਸੀ ਚਾਚੀ ਨਾਲ ਰੱਖ ਕੇ ਆਏ ਹੋ, ਜਿਹੜੀ ਤੁਹਾਨੂੰ ਖਬਰਾਂ ਦੇ ਰਹੇ ਕਿ ਤੁਹਾਡੇ ਬਾਰੇ ਆ ਗੱਲ ਕਰਦੇ ਹੀ। ਜਦੋਂ ਮਹਾਰਾਜ ਨੇ ਵੀ ਸੀਮਾ ਰੱਖੀ ਹੈ ਇਹਦਾ ਮਤਲਬ ਇਹ ਤੋਂ ਦੂਰ ਨਾ ਹੀ ਸੁਣਦੇ ਜਾਓ। ਤੁਹਾਡਾ ਧਿਆਨ ਕਿਵੇਂ ਕਿ ਭੂਆ ਕੀ ਕਹਿੰਦੀ, ਚਾਚੀ ਕੀ ਕਹਿੰਦੀ, ਮਾਸੀ ਕੀ ਕਹਿੰਦੀ, ਸਾਰਾ ਫੋਕਸ ਉੱਥੇ ਆਇਆ। ਮਹਾਰਾਜ ਵਾਲਾ ਕਦਮ ਲੱਗੋਗੇ, ਗੁਰੂ ਜੀ ਦਾ ਕਦਮ ਲੱਗੋਗੇ, सोच के देखो ये गल, फिर तुम कहते मन नहीं टेकता, मन किवें टिकेगा बारे तुम टकाउणा ही नहीं चाहते। जे ये रंग नूं मनना है ते तगड़े होके ये अभ्यास कमायो। ये जेडे बच्चियां ने अटेंड कीता है वो जे भैन भाई दो जाने ने फैमिली नूं एक मिलेगा, अपने घर दे विच ला लिओ, लंघदे आउंदे इहनूं याद करके पढ़ते रहना ते कमाउंदे रहना। ਤੇ ਜਿਸ ਦਿਨ ਇਹ ਪ੍ਰਾਪਤ ਹੋਈ ਇਹ ਦਾਲ, ਸਤਿਗੁਰੂ ਦਾ ਇਹ ਹੁਕਮ ਤੁਹਾਡੇ ਇਹਦਾ ਹਿੱਸਾ ਬਣ ਗਿਆ ਨਾ ਜੀਵਨ ਦਾ। ਸਾਰੇ ਸੁਣਿਓ ਧਿਆਨ ਨਾਲ, ਜਦੋਂ ਇਹ ਹੁਕਮ ਤੁਹਾਡਾ ਆ ਹਿੱਸਾ ਬਣ ਗਿਆ ਉਸ ਦਿਨ ਫਿਰ ਸਾਨੂੰ ਦੱਸਿਓ ਕਿ ਸਤਿਗੁਰੂ ਨੇ ਕੋਈ ਬਖਸ਼ਿਸ਼ ਕਰ ਦਿੱਤੀ। ਤੇ ਫਿਰ ਤੁਸੀਂ ਹੈਰਾਨ ਹੋਵੋਗੇ ਜੇ ਕ੍ਰੋਧ ਚਲਿਆ ਗਿਆ, ਜਿਨੇ ਕ੍ਰੋਧ ਦਾ ਅਭਿਆਸ ਕਰ ਲਿਆ ਉਹਨੂੰ ਮੋਹ ਦਾ ਆਪਣੇ ਆਪ ਹੋ ਜਾਣਾ, ਕਿਉਂਕਿ ਮੋਹ ਤੇ ਜਿਹੜਾ ਕ੍ਰੋਧ ਹੈ ਨਾ ਇਹ ਆਪਣੀ ਮੰਗ ਤੇ ਹੀ ਆਉਂਦਾ। ਮੰਗ ਹੈ ਅੰਦਰ ਤੇ ਜੇ ਕਿਸੇ ਨੇ ਪੂਰੀ ਕਰ ਦਿੱਤੀ ਤੇ ਉਹਦੇ ਤੇ ਮੋਹ ਆਉਂਦਾ ਹੈ। ਤੁਹਾਨੂੰ ਕਦੇ ਕੋਈ ਕਵੇ ਤੁਸੀਂ ਬੜੇ ਚੰਗੇ ਹੋ, ਤੁਸੀਂ ਬੜੇ ਸੋਹਣੇ ਹੋ ਤੇ ਤੁਹਾਨੂੰ ਉਹ ਚੰਗਾ ਲੱਗਣ ਲੱਗਦਾ, ਮੋਹ ਆ ਗਿਆ। ਪ੍ਰੇਮ ਪ੍ਰੂਮ ਨਹੀਂ ਹੈ ਕੋਈ। ਇਹ ਕਰਕੇ ਸਾਨੂੰ ਕੋਈ ਚਾਪਲੂਸ ਚਾਰ ਸਾਡੇ ਤੋਂ ਧੋਖਾ ਦੇਣ ਵਾਲੇ ਵੀ ਸਾਨੂੰ ਕਹੀ ਜਾਣ, ਸਾਡੀਆਂ ਸਿਫਤਾਂ ਕਰੀ ਜਾਣ ਤੇ ਅਸੀਂ ਚੰਗੇ ਬੜੇ ਲੱਗਦੇ। ਹੁਣ ਅਸੀਂ ਸਾਡੀ ਆਦਤ ਹੈ ਅਸੀਂ ਕਦੀ ਪ੍ਰਬੰਧਕਾਂ ਦੀ ਜਾਂ ਜਿਨ੍ਹਾਂ ਨੇ ਉਹ ਸਮਾਗਮ ਆਰਗੇਨਾਈਜ਼ ਕੀਤਾ ਅਸੀਂ ਉਹਨਾਂ ਦਾ ਬਹੁਤਾ ਨਾਮ ਨਹੀਂ ਲੈਂਦੇ ਹੁੰਦੇ। ਹਾਂ ਉੱਦਾਂ ਉਹਨਾਂ ਵਾਸਤੇ ਅਰਦਾਸਾਂ ਗੁਰੂ ਮਹਾਰਾਜ ਅੱਗੇ ਕਰਦੇ ਨਾ ਕਿ ਉਹਨਾਂ ਤੇ ਭਲਾ ਕਰੇ, ਉਹਨਾਂ ਦੀ ਮਿਹਰ ਕਰੇ। ਇੰਡੀਆ ਕੋ ਚੇਅਰਮੈਨ ਸਾਹਿਬ ਨੇ ਤੇ ਉਹ ਇੱਕ ਵਾਰ ਸਾਡੇ ਕੋਲ ਆਏ, ਕਹਿੰਦੇ ਖਾਲਸਾ ਜੀ ਮਨ ਇੰਨਾ ਸ਼ੈਤਾਨ ਹੈ ਨਾ ਕਿ ਉਹ ਹਰ ਸਾਲ 3-4 ਪਿੰਡ ਮਿਲ ਕੇ ਬੜਾ ਵੱਡਾ ਸਮਾਗਮ ਕਰਾਉਂਦੇ ਤੇ ਕਹਿੰਦੇ ਅੰਦਰੋਂ ਆਤਮਾ ਕਹਿੰਦੀ ਸੀ ਖਾਲਸਾ ਜੀ ਨੂੰ ਸੱਦਣਾ ਤੇ ਕਹਿੰਦੇ ਮਨ ਕਹਿੰਦਾ ਸੀ ਕਿ ਉਹ ਹੋ ਸਕਦਾ ਭਾਵੇਂ ਸਾਰਿਆਂ ਨੂੰ ਝਿੜਕਾਂ ਹੀ ਮਾਰ ਜਾਣ, ਉਹ ਪ੍ਰਚਾਰਕ ਸੱਦ ਜਿਹੜਾ ਤੇਰਾ ਨਾਂ ਤੇ ਲਏ 5-4 ਵਾਰਾਂ ਦੇ ਸਪੀਕਰ 'ਚ। ਇਹ ਜੀ ਵੇਖੋ ਇਹਨਾਂ ਤੇ ਬੜੀ ਕਿਰਪਾ, ਇਹ ਬੜੇ ਮਹਾਨ। ਕਹਿੰਦੇ ਇੰਨਾ ਠਾਕੇ, ਕਹਿੰਦੇ ਰਾਹ 'ਚ ਆਉਂਦਿਆਂ ਵੀ ਕਹਿੰਦੇ ਸੋਚੀ ਜਾਂਦਾ ਤੇ ਕਹਿੰਦੇ ਹੁਣ ਜਦੋਂ ਮੈਂ ਗੇਟ 'ਚ ਵੜ ਲੱਗਾ ਫਿਰ ਮੈਨੂੰ ਡਰ ਵੀ ਲੱਗਣ ਲੱਗ ਪਿਆ ਵੀ ਅੱਗੇ ਪਤਾ ਲੱਗ ਜਾਣਾ। ਤੇ ਕਹਿੰਦੇ ਮੈਂ ਸੋਚਿਆ ਤੁਸੀਂ ਮੈਨੂੰ ਝਿੜਕੋ ਤੋਂ ਪਹਿਲਾਂ ਹੀ ਆਪਣੀ ਗਲਤੀ ਮੰਨ ਲਾ ਕਿ ਮੈਂ ਕਰਕੇ ਆਉਂਦਾ ਜੇ ਰਾਹ 'ਚ। ਇਹ ਤੇ ਮਨ ਤੇ ਹੋਈ ਚਾਹੁੰਦਾ ਮੋਹ ਹੈ। ਇਹਦੇ ਆਪੋਜ਼ਿਟ ਜਿਹੜਾ ਨਾ ਮੰਨੇ ਗੱਲ, ਤੁਹਾਡੀ ਮੰਗ 'ਚ ਰੁਕਾਵਟ ਬਣੇ, ਤੁਹਾਡੀ ਡਿਮਾਂਡ 'ਚ ਰੁਕਾਵਟ ਬਣੇ, ਉਹਦੇ ਤੇ ਕ੍ਰੋਧ ਆਉਂਦਾ। ਤੁਸੀਂ ਧਿਆਨ ਨਾਲ ਵੇਖੋ ਤੁਹਾਡੇ ਜਿਹੜੇ ਰਿਸ਼ਤੇਦਾਰ ਤੁਸੀਂ ਨੇੜੇ ਲਾਏ ਨੇ ਉਹ ਕੋਈ ਕੰਮ ਦੇ ਨਹੀਂ ਨੇ, ਸਿਰਫ ਇੰਨਾ ਹੀ ਆ ਕਿ ਤੁਹਾਡੇ ਮਤਲਬ ਦੀ ਗੱਲ ਉਹ ਕਰਦੇ ਨੇ ਬਸ। ਇਹ ਕਰਕੇ ਫਿਰ ਤੁਹਾਡਾ ਮਤਲਬ ਹੀ ਤੁਹਾਡਾ ਰਿਸ਼ਤੇਦਾਰ ਹੋਇਆ, ਰਿਸ਼ਤੇਦਾਰੀ ਨਾਲ ਤੇ ਮਤਲਬ ਨਾ ਹੋਇਆ। ਪਤੀ ਪਤਨੀ ਦਾ ਰਿਸ਼ਤਾ ਹੈ, ਪਤਨੀ ਵਾਸਤੇ ਇੱਕ ਲੰਬੀ ਸਾਰੀ ਲਿਸਟ ਹੈ ਡਿਮਾਂਡਸ ਦੀ ਕਿ ਆ ਪੂਰੀਆਂ ਕਰੇਗੀ ਤੇ ਪਤਨੀ ਹੈ। ਪਤਨੀ ਦਾ ਵਜੂਦ ਕੋਈ ਕੰਮ ਨਹੀਂ ਕਰਨ ਡਿਆ, ਉਹ ਹਸਤੀ ਜਿਹੜੀ ਪਰਮਾਤਮਾ ਨੇ ਬਣਾਈ ਉਹ ਮੈਟਰ ਹੀ ਨਹੀਂ ਕਰਨ ਡਈ। ਪਤੀ ਵਾਸਤੇ ਵੀ ਲਿਸਟ ਹੈ, ਸੱਸ ਵਾਸਤੇ ਵੀ ਲਿਸਟ ਹੈ, ਸਹੁਰੇ ਵਾਸਤੇ, ਬਾਪੂ ਮਾਮੇ ਦਾਦੇ ਸਭਨਾਂ ਵਾਸਤੇ ਇੱਕ ਲਿਸਟ ਬਣੀ ਆ, ਪੂਰੀਆਂ ਕਰੋ ਫਿਰ ਠੀਕ ਹੈ, ਨਹੀਂ ਤੇ ਨਹੀਂ ਕੋਈ ਲੈਣ ਲੈਣਾ ਦੇਣਾ। ਕਿੱਦਾਂ ਦਾ ਧੰਦਾ ਜਿਹਾ ਬਣਾ ਲਿਆ ਸੀ ਤੇ ਸਾਨੂੰ ਪਤਾ ਵੀ ਨਹੀਂ ਲੱਗਣ ਡਿਆ ਇਹ ਕਰਕੇ। ਜੇ ਕਿਤੇ ਤੁਸੀਂ ਐਂਗਰ ਦਾ ਅਭਿਆਸ ਘਰਾਂ 'ਚ ਕਰੋਗੇ ਤੇ ਜਿਨ੍ਹਾਂ ਜਿਹੜੇ ਵੱਡੇ ਨੇ ਖਾਸ ਕਰਕੇ ਇਹ ਸੁਣ ਲਓ, ਜਿਹੜੇ ਨੌਜਵਾਨ ਬੱਚੇ ਨੇ ਥੋੜੇ ਵੱਡੇ ਹੋਏ ਇਹ ਵੀ ਧਿਆਨ ਨਾਲ ਸੁਣ ਲਿਓ। ਤੁਹਾਡੇ ਬੱਚੇ ਤੇ ਤੁਸੀਂ ਵਾਸ਼ਨਾਵਾਂ 'ਚ ਨਹੀਂ ਰੁੜ ਸਕਦੇ। ਆਹ ਜਿਹੜੇ ਸਕੂਲਾਂ ਕਾਲਜਾਂ 'ਚ ਅਫੇਅਰਸ ਚੱਲਦੇ ਨੇ ਇਹਦੇ 'ਚ ਨਹੀਂ ਬੱਚੇ ਤੁਹਾਡੇ ਰੁੜ ਸਕਦੇ ਜੇ ਤੁਸੀਂ ਇਹਨਾਂ ਨੂੰ ਸਮਝ ਲਓ। ਇਹ ਇੱਕ ਅਭਿਆਸ ਕਮਾ ਲਿਆ, ਕਿਉਂਕਿ ਜਿਹਨੇ ਐਂਗਰ ਨੂੰ ਕਮਾ ਲਿਆ ਤਾਂ ਮੋਹ ਆਪਣੇ ਆਪ ਕਮਾਇਆ ਜਾਣਾ, ਕਿਉਂਕਿ ਮੋਹ ਆਪੋਜ਼ਿਟ ਹੁੰਦਾ। ਗੁੱਸਾ ਆਉਂਦਾ ਹੈ ਮੰਗ ਪੂਰੀ ਨਾ ਹੋਣ ਤੇ, ਮੋਹ ਆਉਣਾ ਹੈ
ਮੰਗ ਪੂਰੀ ਹੋਣ ਤੇ ਉਹਦਾ ਆਪੋਜ਼ਿਟ ਆਪਣੇ ਆਪ ਕਮਾਇਆ ਜਾਣਾ। ਇੱਕੋ ਕਮਾਉਣ ਦੀ ਲੋੜ ਹੈ, ਇੱਕ ਕਮਾ ਲਿਓ ਤੇ ਆਖਿਓ ਤੁਹਾਡੀ ਧੀ ਤੁਹਾਡਾ ਪੁੱਤ ਜਿਹੜਾ ਹੈ ਉਹ ਵਾਸ਼ਨਾ ਚ ਕਾਲਜ ਜਾਂਦਾ ਰੁੜ ਜੇ। ਗੁਰੂ ਮਹਾਰਾਜ ਦੇ ਘਰ ਤੁਹਾਡੇ ਵਾਸਤੇ ਬਹੁਤ ਖੂਬਸੂਰਤ ਦੇ ਰੰਗ ਸੀ, ਪਰ ਅਸੀਂ ਇਹਨੂੰ ਕਮਾਉਣਾ ਛੱਡ ਕੇ ਅਸੀਂ ਇੱਕ ਸਿਰਫ ਤਾਂ ਇੱਕ ਸਿਲਸਿਲਾ ਜਿਹਾ ਬਣਾ ਲਿਆ ਕਿ ਇੱਥੇ ਬਾਣੀ ਗਾਉਣੀ ਹੈ, ਸੁਣਨੀ ਹੈ, ਫਿਰ ਜਾ ਕੇ ਰਾਤ ਜਾਂਦੇ ਸੋਚਣਾ ਪੀਜ਼ਾ ਕਿਹੜਾ ਖਾਣਾ। ਨਹੀਂ ਭਾਈ, ਇਹਦੇ ਨਾਲ ਫਿਰ ਤੁਹਾਡੀਆਂ ਮੁਸ਼ਕਲਾਂ ਹੱਲ ਨਹੀਂ ਹੋਣਗੀਆਂ। ਠੀਕ ਹੈ ਪੁੱਤ, ਵੱਡੀਆਂ ਧੀਆਂ ਨੂੰ ਵੱਡੇ ਪੁੱਤਾਂ ਨੂੰ ਸਾਰੀ ਗੱਲ ਸਮਝ ਆ ਗਈ। ਕਮਾਓਗੇ ਕਿ ਤੁਹਾਨੂੰ ਜ਼ਿੰਦਗੀ 'ਚ ਵੇਖਿਓ ਹੋਣਾ ਧੋਖਾ ਹੀ ਹੈ, ਹੁੰਦਾ ਧੋਖਾ ਹੀ ਹੈ। ਜਦੋਂ ਤੁਹਾਨੂੰ ਕੋਈ ਕਹਿੰਦਾ ਹੈ ਕਿ ਤੁਸੀਂ ਮੈਨੂੰ ਬਹੁਤ ਚੰਗੇ ਲੱਗਦੇ, ਮੈਂ ਤੁਹਾਨੂੰ ਪਿਆਰ ਕਰਦਾ, ਮੈਂ ਤੇਰੇ ਤੋਂ ਬਿਨਾਂ ਰਹਿ ਨਹੀਂ ਸਕਦਾ, ਸਭ ਪਖੰਡ ਦੇ ਝੂਠੇ। ਔਰ ਜਦੋਂ ਉਹਦਾ ਮਤਲਬ ਨਿਕਲ ਜਾਂਦਾ ਜਿਹਦਾ ਵੀ, ਉਹ ਤੋਂ ਬਾਅਦ ਫਿਰ ਤੁਸੀਂ ਰੋਣੇ ਆਉਂਦੇ ਮੈਨੂੰ ਚੀਜ਼ ਕੀਤਾ ਤਾਂ ਕੁਝ ਨਹੀਂ ਹੋਇਆ। ਸੇਮ ਐਂਗਰ ਵਾਲਾ ਕੰਮ ਨਹੀਂ, ਉਹ ਤੁਹਾਡੇ ਅੰਦਰ ਜਿਹੜੀ ਆਪਣੇ ਅੰਦਰ ਮੰਗ ਹੈ ਉਹਦੇ ਨਾਲ ਖੇਡਦਾ ਹੈ। ਤੇ ਜਿੱਦਣ ਤੁਸੀਂ ਇਹ ਕਮਾ ਲਿਆ ਉਹ ਮੰਗ ਨੂੰ ਹੀ ਅੰਦਰੋਂ ਹਟਾ ਦਿੱਤਾ, ਫਿਰ ਤੁਹਾਨੂੰ ਕੋਈ ਚੀਜ਼ ਨਹੀਂ ਕਰ ਸਕਦਾ। ਤੁਸੀਂ ਧੋਖਾ ਨਹੀਂ ਖਾ ਸਕਦੇ, ਰੋ ਨਹੀਂ ਸਕਦੇ। ਫਿਰ ਉਹ ਰੋਣਾ, ਦੁਖੀ ਹੋਣਾ, ਕਈ ਬੱਚੇ ਸਟ੍ਰੈਸ 'ਚ ਚਲੇ ਜਾਂਦੇ, ਡਰੱਗਸ ਕਰਨ ਲੱਗ ਪੈਂਦੇ, ਸੁਸਾਈਡ ਕਰ ਲੈਂਦੇ। ਇਹ ਨਹੀਂ ਫਿਰ ਘਟੇਗਾ। ਗੁਰੂ ਮਹਾਰਾਜ ਦਾ ਆ ਇੱਕ ਅਭਿਆਸ ਕਮਾਇਆ। ਹੁਣ ਬਾਣੀ ਦੀ ਸਮਝ ਆ ਗਈ ਹੋਏ ਕਿ ਬਾਣੀ ਕਿੱਦਾਂ ਕਮਾਉਣੀ ਹੈ, ਨਾਮ ਕਿੱਦਾਂ ਕਰਨਾ ਹੈ। ਹੁਣ ਇਹਦੀ ਪ੍ਰਾਪਤੀ ਕਰਕੇ ਸਤਿਗੁਰੂ ਕੋ ਦਾਤਾਂ ਲੈ ਕੇ ਨਾ, ਤੇ ਜਿੱਦਾਂ ਨਿਆਣੇ ਨਹੀਂ ਵਿਖਾਉਂਦੇ ਕਿ ਅੱਜ ਮੇਰੇ ਮਾਤਾ ਪਿਤਾ ਸੋਹਣੇ ਕੱਪੜੇ ਲੈ ਕੇ ਆਏ ਹੀ ਮੇਰੇ ਵਾਸਤੇ, ਇਦਾਂ ਸਾਨੂੰ ਵਿਖਾਇਓਗੀ, ਉਹ ਸਾਡੀ ਭੇਟਾ ਹੋਏਗੀ। ਸਤਿਗੁਰੂ ਸਭਨਾਂ ਤੇ ਭਲਾ ਕਰਨ। ਆਓ 2 ਮਿੰਟ ਵੀ ਨਾਮ ਜਪੀਏ, ਫਿਰ ਬੱਚੇ ਥੱਲੇ ਜਾ ਕੇ ਲੰਗਰ ਛਕਿਓ, ਫਿਰ ਸਤਿਗੁਰੂ ਸਭਨਾਂ ਤੇ ਰਹਿਮਤ ਕਰਨਗੇ। ਸਤਿਗੁਰੂ ਦੀ ਵਿਦਿਆ ਵਾਹਿਗੁਰੂ ਇਹ ਗੁਰੂ ਗਰੀਬ ਨਿਵਾਜ, ਇਹ ਬਖਸ਼ੇ ਵਸਾਈਆਂ, ਇਹ ਸਭਨਾਂ ਨੂੰ ਦਾਤਾਂ ਦੇਣ ਵਾਲੇ ਸਤਿਗੁਰੂ ਵਿਆਹ ਕਰੇ, ਰਹਿਮਤ ਕਰੇ। ਸਤਿਗੁਰੂ ਆਪ ਜੀ ਦੇ ਹੁਕਮਾਂ ਨੂੰ ਕਮਾ ਕੇ ਆਪ ਜੀ ਦੇ ਮਹਾਰਾਜਾਂ ਨੂੰ ਮਾਣ ਸਕੀਏ। ਇਹ ਰਾਮ ਦੇ ਦਾਤੇ ਸਭਨਾਂ ਨੂੰ ਦਾਤਾਂ ਖੁੱਲੀਆਂ ਵੰਡੇ, ਖੁੱਲੇ ਭੰਡਾਰੇ ਦੇਣ ਦੇ ਵੰਡਿਓ, ਆਪਣੇ ਬਣਾ ਲਿਓ। ਨਾਨਕ ਨਾਮ ਚੜ੍ਹਦੀ ਕਲਾ।